अस्सलाम वालेकुम नाज़रीन, मैं हूं आपका मेज़बान रिजवान इकबाल और आप देख रहे हैं रिजवान के व्लॉग्स। चौंक शीदा चविंडा हैदरी आटो पर आज मैं बैठा हुआ हूं। आज हम बात करेंगे 65 के शोधा के बारे में। 1965 के शोधा हमारे लिए बाइस फ़ख्र हैं, जिन्होंने अपने सीने पे बम बांधे और टैंकों के नीचे अपनी जान का नजराना पेश किया और पाक दादे शुजाहत हासिल की। तो नाज़रीन, यहाँ पे हम वक्तन फ़वक्तन जो है वो फ़र्दन फ़र्दन दोस्तों से मिलेंगे, बुज़ुर्गों से मिलेंगे, उनसे जानेंगे कि इस मेले के हक़ाइक़ क्या हैं, मेला किस हद तक लगता था और अब क्यों नहीं लग रहा। इसी तरह मेरे साथ बैठे हुए हैं दोस्त, इनसे पूछते हैं कि ये भी इस मेले के देखते रहे हैं, इस मेले के बारे में क्या कहते हैं। जी, आपका नाम? तनवीर। तनवीर, इस मेले के 65 के शोधा के मेले के बारे में आप क्या इजहार करना चाहते हैं? मेला वेखो जी, मेला शहीदों की याद है, मेला लगना चाहिए। मेले नाल ही रौनक है, मेले नाल ही पता लगदा वे शहीदां दी याद। ਤੁਸੀਂ ਵਹਿੰਦੇ ਰਹੇ ਹੋ ਬਚਪਨ ਦੇ ਵਿੱਚ ਤੇ ਕਹਿੰਦੇ ਨੇ ਜੀ ਮੇਲਾ ਬੜਾ ਹੀ ਲੱਗਦਾ ਹੁੰਦਾ ਸੀ, ਕਿਆ ਇਹ ਗੱਲ ਸੱਚ माशाअल्लाह ਹੈ? बड़ा मेला लगदा ही। इत्थे मां पुत्तर नहीं सामदी, नंगिया नहीं जांदा, जेड़ा थल्ले डिग पैंदा ही ओहदे कोल उठिया नहीं जांदा। इन्ना माशाअल्लाह मेला लगदा ही ते रौनक ही ठीक ठाक। लोकी साल दियां पूरियां रोटियां कमांदे हन इत्थों, ठीक ठाक काम करदे सन ते माशाअल्लाह मेला लगना चाहिए। अल्लाह ਤੇ ਕਹਿੰਦੇ ਨੇ 10-10 ਦਿਨ ਤੋਂ ਪੜਾਉਣੇ ਆਣ ਕੇ ਤੇ ਇੱਥੇ ਜਨਾਬੇ ਵਾਲੀ ਡੇਰੇ ਡਾਲ ਲੈਂਦੇ ਹਨ ਘਰਾਂ 'ਚ ਲੋਕਾਂ ਦੇ। माशाअल्लाह घरां च बड़े परौह्ने हुंदे हन। 10-10 दिन इंज गल 10-10 दिन रहिंदे हुंदे हन इत्थे मेले। लोकां दियां मंजियां टुट जांदियां हुंदियां ने, इन्ने परौह्ने हुंदे हुंदे। माशाअल्लाह रौनक हुंदी, बरकत हुंदी सी। मेहमान नवाजी जदों करने आ, रब बहुता दिंदा सी। ਕਹਿੰਦੇ ਨੇ ਮੰਡੀ ਜਿਹੜੀ ਹੈ ਮਵੇਸ਼ੀਆਂ ਦੀ ਵੀ ਬੜੀ ਲੱਗਦੀ ਸੀ, ਜਾਨਵਰ ਬੜੀ ਦੂਰ ਤੋਂ ਲੋਕ ਲੈ ਕੇ ਇੱਥੇ ਵੇਚਣ। हाँ माशाअल्लाह बड़े बड़े सोहने जानवर हुंदे हन, जेह्ड़े कोई 15-15 किलो 12-12 किलो दुद्ध देने वाले जानवर एक टाइम दे। ਤੁਸੀਂ ਖੁਦ ਵੀ ਵੇਖਿਆ? हाँ खुद वेख्या होया है। ਕਹਿੰਦੇ ਨੇ ਜੀ ਇਹ दुद्ध ਜਸੋ ਰਾਹ चोंदे ਜਾਣੇ ਵਾਲੀ ਤੱਕ ਬੜੀ ਦੂਰ ਤੱਕ ਮੇਲਾ बड़ी ਮੰਡੀ। दूर तक रावां तक जसो रावां तक मेला लगदा है। हाँ जी, खलो नंगिया नहीं जांदा हुंदा। माशाअल्लाह हर चीज़, लक्की रानी, लक्की अरानी, लक्की चैना, जुबली सर्कस हैं, थिएटर, मैजिक शो, ਹਾਂਜੀ। खूहे, मौत के खूहे, दूजे गोले खूहे, ਅੱਛਾ ਜੀ। ठीक है, शरकशां, बहुत मेला लगदा ही जनाब। ਤੇ चिड़ियाघर वगैरह ये वो। ਹੁਣ ਕੀ ਹਾਲਤ ਹੈ? ਹੁਣ ਵਿਚਾਰੇ ਕੋਈ ਆਉਂਦੇ ਨੇ, ਇੱਕ ਦੋ ਚੀਜ਼ ਲਾ ਲੱਗਦੇ ਨੇ, ਦਾਬਾ ਮਾਰਦੇ ਨੇ ਤੇ ਤੁਰ ਜਾਂਦੇ ਨੇ। ਉਹ ਰੋਂਦੇ ਰਹਿੰਦੇ ਨੇ ਕਿ ਸਾਡੇ ਬੱਚਿਆਂ ਦਾ ਲੰਗਰ ਹੀ ਜਿਵੇਂ ਇੰਨੀ ਮਿਹਨਤ ਕੀਤੀ ਲਗਾਇਆ, ਉਹ ਫੇਰ ਕਹਿ ਰਹੇ ਨੇ ਪੁੱਟੋ। ਤੇ ਸਾਡੇ ਬੱਚਿਆਂ ਦੀ ਚਲੋ ਆਉਂਦੇ ਨੇ ਹਿਰਸ ਨਾਲ ਕਿ ਲੰਗਰ ਭੰਡਾਰਾ ਲੱਭ ਜੇ, ਲੇਕਿਨ ਉਹ ਲਾਣ ਨਹੀਂ ਦਿੰਦੇ ਹੈਗੇ। ਉਹ ਕਲਪਦੇ ਫਿਰ ਤੁਰ ਜਾਂਦੇ, ਰਵਾਂਦੇ ਨੇ ਸਾਡੀ ਗੱਡੀ 'ਤੇ ਜਿਹੜਾ ਤੇਲ ਫੂਕਿਆ ਵੇ ਉਹ ਵੀ ਨਹੀਂ ਇਕੱਠਾ ਹੋ ਜਾਂਦਾ। ਕੋਈ ਗੱਲ ਨਹੀਂ, ਉਹ ਵੀ ਹੱਥੋਂ ਫੂਕ ਬੈਠੇ ਆ। ਹੁਣ ਮੰਗ ਕੇ ਜਾ ਕੇ ਲੋਕਾਂ ਦੇ ਘਰ ਰੋਟੀ ਖਾਂਦੇ ਆ, ਕਿਉਂਕਿ ਪੈਸਾ ਤਾਂ ਲੱਗਣ ਤੇ ਦਿੰਦੇ ਨਹੀਂ, ਪੈਸਾ ਕੋਈ ਵਟਿਆ ਨਹੀਂ ਜਾਂਦਾ। ਲੋਕਾਂ ਦੇ ਘਰ ਜਾ ਕੇ ਮੰਗ ਕੇ ਰੋਟੀ, ਕੱਪੜਾ, ਪੈਸਾ ਧੇਲਾ ਕੋਈ ਇਸਤੇਮਾਲ ਕਰਨ ਵਾਸਤੇ ਲੈਂਦੇ ਆ ਤੇ ਫਿਰ ਤੁਰ ਜਾਂਦੇ ਆ। ਮੰਗ ਕੇ ਕਿਰਾਇਆ ਇਕੱਠਾ ਕਰ ਲਈਦਾ ਕਿ ਤੇਲ ਪਵਾਉਣਾ। ਇਹ ਸੂਰਤ ਹਾਲ ਹੋਈ ਹੈ, ਲਿਹਾਜ਼ਾ ਉਹਨਾਂ ਦਾ ਲੱਗਣਾ ਚਾਹੀਦਾ ਵੇ। ਹਿਰਸ ਕਰਕੇ ਆਉਂਦੇ ਨੇ ਤੇ ਕੋਈ ਮਸਲਾ ਨਹੀਂ ਹੈਗਾ। ਬਹੁਤ ਸ਼ੁਕਰੀਆ ਜੀ। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਂ ਜੀ ਹਾਜੀ ਮਲਕ ਲਿਆਸ ਜੀ, ਚਵਿੰਡੇ ਦਾ ਰਿਹਾਇਸ਼ੀ ਹਾਂ ਮੈਂ ਜੀ। ਤੇ ਮਲਕ ਸਾਹਿਬ, ਇਸ ਮੇਲੇ ਦੇ ਬਾਰੇ 'ਚ ਤੁਸੀਂ ਕੀ ਕਹਿੰਦੇ ਹੋ ਜਨਾਬ? ਜਨਾਬ ਜੀ, ਮੇਲਾ ਲੱਗਣਾ ਚਾਹੀਦਾ। ਮੇਲਾ ਸਾਡੀ ਚਵਿੰਡੇ ਦੀ ਪਹਿਚਾਣ ਹੈ, ਸ਼ਹੀਦੀਆਂ ਦੇ ਨਾਂ ਦਾ ਮੇਲਾ। ਹਰ ਜਗ੍ਹਾ ਮੇਲਾ ਲੱਗ ਰਿਹਾ, ਜੱਸੋ ਰਾਵਾਂ ਲੱਗ ਰਿਹਾ, ਧੀਦੋਵਾਲੀ ਲੱਗ ਰਿਹਾ। ਸਾਡੇ ਚਵਿੰਡੇ 'ਚ ਕਿਉਂ ਨਹੀਂ ਮੇਲਾ ਲੱਗ ਰਿਹਾ? ਕਹਿੰਦੇ ਨੇ ਜੀ ਇੱਥੇ ਮੇਲਾ 10-10 ਦਿਨ ਲੱਗਦਾ ਸੀ ਤੇ ਹੁਣ ਸੁਣਨ 'ਚ ਆਇਆ ਕਿ ਮੇਲਾ ਲੱਗਦਾ ਹੀ ਨਹੀਂ। ਜਨਾਬ ਜੀ, ਮੇਲਾ ਇੱਥੇ ਇੰਨਾ ਕੁ ਲੱਗਦਾ ਸੀ ਕਿ ਸਾਡੀ ਗਲੀ ਆਬਸ਼ਾਰ 'ਚ ਦੁਕਾਨ ਹੈ ਤੇ ਰੋਡ ਬਿਲਕੁਲ ਇੰਨਾ ਕੁ ਰਸ਼ ਹੁੰਦਾ ਸੀ ਕਿ ਅਸੀਂ ਰੋਡ 'ਤੇ ਚੱਲ ਨਹੀਂ ਸੀ ਸਕਦੇ। ਅਸੀਂ ਦੁਕਾਨ 'ਤੇ ਗਲੀਆਂ ਰਸਤੇ ਜਾਂਦੇ ਹੁੰਦੇ ਸਾਡੀ ਜੀ ਆਪਣੀ ਦੁਕਾਨ 'ਤੇ। ਵਾਹ ਵਾਹ। ਤੇ ਕਹਿੰਦੇ ਨੇ ਜੀ ਕਿ ਇਹ 10 ਦਿਨਾਂ 'ਚ ਲੋਕੀ ਸਾਲ ਦਾ ਰਾਸ਼ਨ ਪਾ ਕੇ ਬਹਿ ਜਾਂਦੇ ਹੁੰਦੇ ਹਨ ਕਿ ਜੀ ਇੰਨੀ ਕੁ ਕਮਾਈ। ਹਾਂਜੀ, ਇਹ ਬਿਲਕੁਲ ਗੱਲ ਸਹੀ ਹੈ ਜੀ। ਇੰਨਾ ਕੁ ਰਸ਼ ਹੁੰਦਾ ਸੀ, ਇਹ ਮਾੜੇ ਬੰਦੇ ਇੱਕ ਸਾਲ ਦਾ ਰਾਸ਼ਨ ਇਕੱਠਾ ਕਰਦੇ ਸੀ। ਤੇ ਇਹ ਇੰਤਜ਼ਾਮੀਆਂ ਨੂੰ ਚਾਹੀਦਾ, ਟਾਊਨ ਕਮੇਟੀ ਵਾਲਿਆਂ ਨੂੰ ਚਾਹੀਦਾ, ਦੂਸਰੇ ਸਾਡੇ MP MLA ਜਿਹੜੇ ਨੇ ਇੱਥੇ ਵੋਟ ਲੈਣ ਆਉਂਦੇ ਨੇ, ਇਹਨਾਂ ਨੂੰ ਚਾਹੀਦਾ ਜੀ ਇਹ ਜਿਹੜਾ ਸ਼ਹੀਦੀਆਂ ਦਾ ਨਾਂ ਦਾ ਮੇਲਾ ਇਹਨੂੰ ਬਰਕਰਾਰ ਕਰਨਾ ਚਾਹੀਦਾ। ये ज़रूर लगना चाहिए मेला। देखिए जी, जैसे मलक लियास साहब बता रहे हैं कि यहाँ पे मेला लगता रहा है और लोग
सालों का राशन इकट्ठा करते रहे हैं और इंतज़ामिया को और MPA MNS को चाहिए कि इस मेले को दोबारा बहाल किया जाए। शोहदाए 1965 हमारे लिए बाइसे फ़ख्र हैं और जिन्होंने अपने सीने पे बम बांधे और टैंकों के सामने अपनी जान का नजराना पेश किया, तो उनकी याद में जो मेला लगा करता था अब वो बिल्कुल बर्बाद हो चुका है। इस मेले को दोबारा आबाद किया जाए। सिर्फ इंतज़ामिया की वजह से ये मामला पेश आ रहा है कि ये जब लोग आते हैं तो उनसे उनकी डील नहीं होती पैसों की, तो खुदारा इन पैसों की डील को छोड़ें और इस मेले को आबाद होने के दें। जी ਤੁਹਾਡਾ ਭਾਜੀ ਨਦੀਮ ਅਹਿਮਦ। ਨਦੀਮ ਅਹਿਮਦ ਸਾਹਿਬ, ਤੁਸੀਂ ਵੀ ਇਹ ਮੇਲਾ ਵੇਖਦੇ ਰਹੇ ਹੋ? ਹਾਂਜੀ, ਮੇਲਾ ਵੇਖਦੇ ਰਹੇ ਅਸੀਂ। ਇਹ ਸਾਡੇ ਪਿੰਡੇ ਦਾ ਮੇਲਾ ਹੈ ਸ਼ਹੀਦਾਂ ਦਾ, ਠੀਕ ਹੈ। ਇਹ ਲੱਗਣਾ ਚਾਹੀਦਾ ਹੈ ਹਰ ਸੂਰਤ 'ਤੇ। ਇਹ ਬਹੁਤ ਜ਼ਿਆਦਾ ਮੇਲਾ ਲੱਗਦਾ ਸੀ। ਇਹ ਵੇਖੋ ਠੋਹ ਮੰਡੀ ਦਾ ਵੀ ਲੱਗਦਾ, ਹਰ ਪਾਸੇ ਦੇ ਮੇਲੇ ਲੱਗਦੇ ਨੇ, ਸਾਡੇ ਰਾਵਾਂ ਦਾ ਵੀ ਲੱਗਦਾ, ਇਹ ਨਹੀਂ ਲੱਗਦਾ। ਕਹਿੰਦੇ ਨੇ ਇੱਥੇ ਬੜਾ ਰਸ਼ ਹੁੰਦਾ ਸੀ, ਕਿ ਇਹ ਗੱਲ ਸੱਚ ਹੈ ਕਿ ਲੱਕੀ ਰਾਣੀ ਸਰਕਸ ਤੱਕ ਵੀ ਆਉਂਦੀ ਰਹੀ ਹੈ? ਲੱਕੀ ਰਾਣੀ ਸਰਕਸ ਆਉਂਦੀ ਰਹੀ ਹੈ, ਅੱਜ ਤੋਂ 10-12 ਸਾਲ ਪਹਿਲੇ ਲੱਗੀ ਸੀ। ਮੈਂ ਸ਼ੋਅ ਦੇ ਵਿੱਚੋਂ ਪੌਣੇ ਘੰਟੇ ਬਾਅਦ ਨਿਕਲਿਆ ਹਾਂ। ਇੰਨਾ ਵੱਡਾ ਸ਼ੋਅ ਸੀ, ਲੈਣਾ ਤੋਂ ਪਰਾਂ ਲੱਗੀ ਸੀ ਲੱਕੀ ਰਾਣੀ। ਇੰਨਾ ਕੁ ਵੱਡਾ ਮੇਲਾ ਹੈ ਇਹ, ਸਾਡੇ ਸ਼ਹੀਦਾਂ ਦਾ ਮੇਲਾ ਹੈ। ਇਹ ਲੱਗਣਾ ਚਾਹੀਦਾ, ਹਰ ਸੂਰਤ ਲੱਗਣਾ ਚਾਹੀਦਾ ਮੇਲਾ। ਤੁਸੀਂ ਹਕੂਮਤ ਵਕਤ ਨੂੰ ਜਿਹੜਾ ਵੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ? MPAs MNAs ਦੇ ਬਾਰੇ 'ਚ ਕੀ ਤੁਹਾਡਾ ਖਿਆਲ ਹੈ ਕਿ ਮੇਲਾ ਲਵਾਉਣ? ਹਾਂਜੀ, ਅਸੀਂ ਤਾਂ ਇਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਸਰ, ਮੇਲਾ ਲੱਗਣਾ ਚਾਹੀਦਾ ਹਰ ਸੂਰਤ 'ਤੇ। ਇਸ ਵਾਸਤੇ ਕਿ ਬਹੁਤ ਵੱਡਾ ਮੇਲਾ ਸੀ ਅਤੇ ਛੋਟੇ ਛੋਟੇ ਮੇਲੇ ਰਾਵਾਂ ਦੇ, ਠਰੋਹ ਮੰਡੀ ਦੇ, ਪਸਰੂਰ ਦੇ, ਹਰ ਪਾਸੇ ਦੇ ਲੱਗਦੇ ਨੇ ਮੇਲੇ। ਅਤੇ ਸਾਡੇ 6 ਸਤੰਬਰ ਦਾ ਮੇਲਾ ਵੀ ਲੱਗਣਾ ਚਾਹੀਦਾ ਸ਼ਹੀਦੀਆਂ ਦਾ, ਠੀਕ ਹੈ। ਇਹ ਇੰਨਾ ਬਹੁਤ ਜ਼ਿਆਦਾ ਰਸ਼ ਹੁੰਦਾ ਸੀ ਅਤੇ ਹੁਣ ਇੱਥੇ ਮੇਲਾ ਲਾਉਂਦੇ ਨਹੀਂ ਹੈ। ਇਹ ਇੱਥੇ ਇਹ ਗੱਲ ਦੱਸਦੇ ਨੇ ਕਿ ਜਨਾਬ ਇੱਥੇ ਆਬਦ ਚੌਲਾਂ ਵਾਲਾ ਉਹ ਕਹਿੰਦਾ ਜੀ ਮੈਂ 50-50 ਦੇਗਾਂ ਚੌਲਾਂ ਦੀਆਂ ਵੇਚ ਛੱਡਣਾ ਹੁੰਨਾ ਹਾਂ। ਇੰਨਾ ਰਸ਼ ਕਿਆ ਇਹਦੇ 'ਚ ਕੋਈ ਹਕੀਕਤ ਹੈ ਵੇ? ਹਾਂਜੀ, ਬਿਲਕੁਲ ਹੈ। ਸਾਰੀ ਰਾਤ ਕੋਈ ਮਸਲਾ ਮੈਂ ਚਾਵਲ ਚਨੇ ਚਪਾਵੇ ਲੱਗੇ ਰਹਿੰਦੇ ਸਨ, ਦਿਨ ਚੜ ਜਾਂਦਾ ਸੀ। ਬਹੁਤ ਜ਼ਿਆਦਾ ਲੋਕਾਂ ਨੇ 50 ਦੇਗਾਂ ਉਂਝ ਮੰਨਣ 'ਚ ਨਹੀਂ ਆਉਂਦੀਆਂ। ਮੈਂ ਇਸ ਲਈ ਨਾਜ਼ਰੀਨ ਨੂੰ ਦੱਸਣਾ ਚਾਹੁੰਦਾ ਕਿ ਸਾਡੇ 'ਚ ਅਸੀਂ ਉਸ ਜਗ੍ਹਾ 'ਤੇ ਮੌਜੂਦ ਹਾਂ ਜਿੱਥੇ ਕਹਿੰਦੇ ਨੇ ਆਬਦ ਚੌਲਾਂ ਵਾਲਾ, ਸਲਾਮਾ ਚਾਵਲ ਵਾਲਾ ਕਹਿੰਦਾ ਜੀ ਅਸੀਂ 50-50 70-70 ਦੇਗਾਂ ਜਨਾਬੇ ਵਾਲੀਆਂ ਸਾਡੀਆਂ। ਹਾਂਜੀ, ਇਹ ਬੜੀਆਂ ਦੇਗਾਂ ਲੱਗਦੀਆਂ, 50 ਨਾਲ ਲੱਗਦੀਆਂ ਹੋਣਗੀਆਂ, 40 ਲੱਗਦੀਆਂ ਹੋਣਗੀਆਂ, 35-40 ਤਾਂ ਪੱਕੀਆਂ ਨੇ ਉਹਨਾਂ ਦੀਆਂ। ਉਹ ਸਾਰੀ ਰਾਤ ਖੁੱਲ੍ਹਾ ਰਹਿੰਦਾ ਸੀ। ਜੀ ਬਹੁਤ ਸ਼ੁਕਰੀਆ ਜੀ ਤੁਹਾਡਾ ਭਾਈ ਜਾਨ। ਜੀ ਮੇਰਾ ਨਾਮ ਵਿਕਾਸ ਨਾਮ ਜੀ। ਵਿਕਾਸ ਭਾਈ, ਤੁਸੀਂ ਇਸ ਮੇਲੇ ਸ਼ਹੀਦਾਂ ਦੇ ਮੇਲੇ ਦੇ ਬਾਰੇ 'ਚ ਕੀ ਬਿਆਨ ਕਰਨਾ ਚਾਹੁੰਦੇ ਹੋ? ਕੀ ਖਿਆਲ ਹੈ ਤੁਹਾਡਾ? ਬਿਆਨ ਸਾਰਾ ਇਹ ਕਰਨਾ ਚਾਹੁੰਦੇ ਆ ਕਿ 6 ਸਤੰਬਰ ਦਾ ਮੇਲਾ ਹੈ, ਸ਼ਹੀਦਾਂ ਦਾ ਇੱਕ ਸ਼ਹਿਰ ਹੈ ਅਤੇ ਇਹਦੇ ਵਾਸਤੇ ਸਾਡੇ ਪਾਕ ਫੌਜ ਦੇ ਜਵਾਨਾਂ ਨੇ ਬੜੀ ਜਿਹੀ ਜਦੋਜਹਿਦ ਕੀਤੀ ਸੀ। ਲੇਕਿਨ ਉਹ ਜਦੋਜਹਿਦ ਕਰਨ ਤੋਂ ਬਾਅਦ ਸਾਡੀ ਕੁਛ ਆਵਾਮ ਦੀ ਵੀ ਮੁਸ਼ਕਿਲਾਤ ਵੇਖਣੀ ਪਈ ਹੈ। ਉਹ ਜਿਹੜੇ ਸਾਡੇ ਹੁਕਮਰਾਨ ਨੇ ਸਾਡੇ ਸਿਰ 'ਤੇ ਬੈਠੇ ਹੋਏ ਨੇ, ਇਹਨਾਂ ਦੀ ਵਜ੍ਹਾ ਤੋਂ ਜਨਾਬ ਇਹ ਮੇਲਾ ਤਬਾਹ ਹੋ ਚੁੱਕਿਆ। ਹੁਣ ਜਨਾਬ ਇਹ ਮੇਲਾ ਨਹੀਂ ਲੱਗ ਰਿਹਾ। ਲੇਕਿਨ ਅਸੀਂ ਜਨਾਬ ਜੂ ਹੋਂਦ ਸੰਭਾਲੀ, ਅਸੀਂ ਜਨਾਬ ਇੱਥੇ ਆਪਣਾ ਚੁਬਿੰਡਾ 'ਚ ਮੇਲਾ ਵੇਖਦੇ ਸਾਂ 6 ਸਤੰਬਰ ਦਾ। ਚੁਬਿੰਡੇ ਦੀ ਹਰ ਕੋਨਾ ਜਨਾਬ ਵਾਲਾ ਸੁਰਖਰੂ ਸੀ। ਆਵਾਮ ਇੱਥੇ ਸਾਲ ਦੀ ਰੋਟੀ ਕਮਾ ਖਾਂਦੀ ਸੀ। ਲੇਕਿਨ ਜਨਾਬ ਇਹ 8 ਤੋਂ 10 ਸਾਲ ਹੋ ਗਏ ਹੁਣ ਜਨਾਬ ਮੇਲਾ ਬਿਲਕੁਲ ਬੰਦ ਹੋ ਗਿਆ। ਲੇਕਿਨ ਅਸੀਂ ਫਿਰ ਵੀ ਇਹੀ ਕੋਸ਼ਿਸ਼ ਕਰਾਂਗੇ ਔਰ ਆਲਾ ਹੁਕਮਰਾਨ ਅੱਗੇ ਇਹੀ ਇਲਤਜਾ ਕਰਾਂਗੇ, ਮਿਹਰਬਾਨੀ ਜਿਸ ਤਰ੍ਹਾਂ ਦੂਸਰੇ ਗਾਓਂ ਦੂਸਰੇ ਸ਼ਹਿਰਾਂ 'ਚ ਲੱਗਦਾ ਮੇਲਾ, ਮਿਹਰਬਾਨੀ ਕਰਕੇ ਚੁਬਿੰਡਾ ਦੇ ਵਿੱਚ ਵੀ ਉਸ ਤਰ੍ਹਾਂ ਮੇਲਾ ਲੱਗੇ ਤਾਂ ਕਿ ਚੁਬਿੰਡੇ ਦਾ ਹੱਕ ਕਿਸੇ ਹੋਰ ਨੂੰ ਨਾ ਦਿੱਤਾ ਜਾਵੇ। ਕਹਿੰਦੇ ਨੇ ਪਸਰੂਰ ਠਰੋਹ ਮੰਡੀ ਬੜਾ ਵੱਡਾ ਮੇਲਾ ਲੱਗਦਾ ਹੈ, ਹੱਲੇ ਵੀ ਲੱਗਦਾ ਜੀ ਹੈ? ਬਿਲਕੁਲ ਤੁਹਾਡੀ ਇਹ ਗੱਲ ਰਾਈਟ ਹੈ। ਇਹ ਗੱਲ ਮੈਂ ਇਤਫਾਕ ਕਰਨਾ ਵਾ। ਜ਼ਿਲ੍ਹਾ ਸਿਆਲਕੋਟ ਦੇ ਕੋਲ ਕਾਫੀ ਨਾ ਗਾਓਂ ਨੇ, ਉੱਧਰੋਂ ਇਹ ਜ਼ਫਰਵਾਲ ਸਾਈਡ 'ਤੇ ਠਰੋਹ ਮੰਡੀ ਹੋ ਗਿਆ, ਫਿਰ ਨਾਲ ਜ਼ਫਰਵਾਲ ਹੋ ਗਿਆ, ਵੱਡਾ ਭਾਈ ਸੀਗੀਆਂ ਉੱਥੇ ਜਨਾਬ ਪਹਿਲਾਂ 3 ਸਰਕਸਾਂ ਲੱਗੀਆਂ ਨੇ, ਇੱਕ ਲੱਕੀ ਰਾਣੀ, ਇੱਕ ਲੱਕੀ ਮੁਰੱਬਤ, ਇੱਕ ਲੱਕੀ ਚਾਈਨਾ। ਉਸ ਤੋਂ ਉੱਥੇ ਠੇਠਰ, ਫਿਰ ਮੋਹ ਦੇ ਖੂਹ ਲੱਗੇ ਨੇ, ਬੱਚਿਆਂ ਦੇ ਖੇਲੋ ਦੇ ਤਮਾਸ਼ੇ ਲੱਗੇ ਨੇ, ਆਵਾਮ ਇੰਜੋਏ ਕਰਦੇ ਵੀ ਮੈਜਿਕ ਸ਼ੋ ਲੱਗੇ ਨੇ। ਲੇਕਿਨ ਕੀ ਹੈ ਕਿ ਸਾਡੇ ਚੁਬਿੰਡੇ ਨੂੰ ਅੱਜ ਤੱਕ ਕਦੀ ਕਿਸੇ ਨੇ ਭਾਈ ਸਪੋਰਟ ਨਹੀਂ ਕੀਤੀ। ਸੱਪ ਸੁੰਘ ਗਿਆ? ਬੇਸ਼ੱਕ ਇਹ ਸਮਝ ਲਓ ਸਭ ਸੌਂ ਗਿਆ। जी नाज़रीन,